ਹੈਲੋ ਸਟੂਡੈਂਟਸ, ਮੇਰੀ ਕੰਪਿਊਟਰ ਕਲਾਸ ਵਿੱਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਜਮਾਤ 9ਵੀਂ ਦਾ ਵਿਸ਼ਾ ਕੰਪਿਊਟਰ ਸਾਇੰਸ ਦਾ ਪਾਠ ਤੀਸਰਾ ਨੈਟਵਰਕਿੰਗ ਕਰਾਂਗੇ, ਜਿਸ ਵਿੱਚ ਮੈਂ ਤੁਹਾਨੂੰ ਨੈਟਵਰਕਿੰਗ ਅਤੇ ਨੈਟਵਰਕਿੰਗ ਦੀ ਲੋੜ ਬਾਰੇ ਦੱਸਾਂਗੀ। ਤਾਂ ਚਲੋ ਮੈਂ ਆਪਣਾ ਲੈਕਚਰ ਸ਼ੁਰੂ ਕਰਦੀ ਹਾਂ। ਸਭ ਤੋਂ ਪਹਿਲਾਂ ਜਾਣ ਪਹਿਚਾਣ। ਅੱਜ ਦੇ ਸ਼ਕਤੀਸ਼ਾਲੀ ਯੁੱਗ ਵਿੱਚ ਦੂਰੀ 'ਤੇ ਡਾਟਾ ਸੰਚਾਰ ਕਰਨਾ ਬਹੁਤ ਜ਼ਰੂਰੀ ਹੋ ਗਿਆ ਹੈ। ਡਾਟਾ ਨੂੰ ਤੇਜ਼ੀ ਨਾਲ ਇੱਕ ਸਥਾਨ ਤੋਂ ਦੂਜੇ ਤੱਕ ਭੇਜਣ ਲਈ ਨੈਟਵਰਕਿੰਗ ਦਾ ਸੰਕਲਪ ਸ਼ੁਰੂ ਕੀਤਾ ਗਿਆ। ਮਤਲਬ ਕਿ ਅੱਜ ਕੱਲ੍ਹ ਦੇ ਇਸ ਆਧੁਨਿਕ ਦੌਰ ਦੇ ਵਿੱਚ, ਜਿਸ ਵਿੱਚ ਸਾਨੂੰ ਇੱਕ ਥਾਂ ਤੋਂ ਦੂਸਰੀ ਥਾਂ 'ਤੇ ਡਾਟਾ ਭੇਜਣਾ ਬਹੁਤ ਜ਼ਰੂਰੀ ਹੋ ਚੁੱਕਾ ਹੈ, ਉਸ ਦੌਰਾਨ ਅਸੀਂ ਡਾਟਾ ਕਿਸ ਟੈਕਨੋਲੋਜੀ ਰਾਹੀਂ ਭੇਜਦੇ ਹਾਂ? ਨੈਟਵਰਕਿੰਗ ਰਾਹੀਂ। ਅਤੇ ਇਨ੍ਹਾਂ ਹੀ ਕਾਰਨਾਂ ਕਰਕੇ ਨੈਟਵਰਕਿੰਗ ਟੈਕਨੋਲੋਜੀ ਦੀ ਖੋਜ ਕੀਤੀ ਗਈ ਸੀ। ਪਰ ਨੈਟਵਰਕਿੰਗ ਹੈ ਕੀ, ਉਹ ਅਸੀਂ ਅੱਜ ਆਪਣੇ ਲੈਕਚਰ 'ਚ ਜਾਣਾਂਗੇ। ਤਾਂ ਸਭ ਤੋਂ ਪਹਿਲਾਂ ਬੱਚਿਓ, ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਨੈਟਵਰਕਿੰਗ ਵਿੱਚ ਵਿਸ਼ਵ ਦੇ ਵੱਖ-ਵੱਖ ਭਾਗਾਂ ਤੋਂ ਕੰਪਿਊਟਰਾਂ ਨੂੰ ਇੱਕ ਦੂਜੇ ਨਾਲ ਜੋੜਿਆ ਗਿਆ ਹੈ, ਤਾਂ ਜੋ ਉਹ ਇੱਕ ਦੂਜੇ ਨਾਲ ਡਾਟਾ ਸ਼ੇਅਰ ਕਰ ਸਕਣ। ਬੱਚਿਓ, ਪੂਰੀ ਦੁਨੀਆ ਦੇ ਵਿੱਚ ਵੱਖ-ਵੱਖ ਥਾਵਾਂ 'ਤੇ ਜੋ ਕੰਪਿਊਟਰਸ ਨੇ, ਉਹਨਾਂ ਨੂੰ ਆਪਸ ਵਿੱਚ ਜੋੜ ਕੇ ਨੈਟਵਰਕਿੰਗ ਤਿਆਰ ਕੀਤੀ ਗਈ ਅਤੇ ਪੂਰੀ ਦੁਨੀਆ ਦੇ ਕੰਪਿਊਟਰਸ ਨੂੰ ਹੁਣ ਆਪਸ ਵਿੱਚ ਜੋੜ ਦਿੱਤਾ ਗਿਆ ਹੈ, ਜਿਸ ਨਾਲ ਅਸੀਂ ਡਾਟਾ ਸ਼ੇਅਰ ਕਰ ਸਕਦੇ ਹਾਂ। ਤਾਂ ਇਸ ਨੂੰ ਅਸੀਂ ਇੰਟਰਨੈਟ ਵੀ ਕਹਿ ਦਿੰਦੇ ਹਾਂ, ਕਿਉਂਕਿ ਪੂਰੀ ਦੁਨੀਆ ਦੇ ਵਿੱਚ ਜੋ ਨੈਟਵਰਕ ਆਫ ਨੈਟਵਰਕਸ ਹੈ, ਉਹੀ ਇੰਟਰਨੈਟ ਅਖਵਾਉਂਦਾ ਹੈ। ਮਤਲਬ ਇੰਟਰਨੈਟ ਨੈਟਵਰਕਿੰਗ ਦਾ ਹੀ ਇੱਕ ਅਸੀਂ ਪਾਰਟ ਕਹਿ ਸਕਦੇ ਹਾਂ, ਕਿਉਂਕਿ ਨੈਟਵਰਕਿੰਗ ਜੋ ਹੋਈ ਹੈ ਉਸਨੂੰ ਅਸੀਂ ਇੱਕ ਨਾਮ ਦੇ ਦਿੱਤਾ ਇੰਟਰਨੈਟ। ਠੀਕ ਹੈ ਬੱਚਿਓ। ਇਸ ਤੋਂ ਬਾਅਦ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਨੈਟਵਰਕਿੰਗ ਦੀ ਪਰਿਭਾਸ਼ਾ। ਬੱਚਿਓ, ਜਦੋਂ ਦੋ ਕੰਪਿਊਟਰਸ ਨੂੰ ਅਸੀਂ ਆਪਸ ਵਿੱਚ ਜੋੜਦੇ ਹਾਂ ਤਾਂ ਨੈਟਵਰਕ ਬਣਦਾ ਹੈ, ਪਰ ਇਕੱਲੇ ਕੰਪਿਊਟਰ ਨੂੰ ਅਸੀਂ ਨੈਟਵਰਕਿੰਗ 'ਚ ਨਹੀਂ ਕਹਿ ਸਕਦੇ। ਦੋ ਜਾਂ ਦੋ ਤੋਂ ਵੱਧ ਕੰਪਿਊਟਰਸ ਜਦੋਂ ਆਪਸ ਵਿੱਚ ਜੁੜਦੇ ਹਨ ਅਤੇ ਉਸਨੂੰ ਅਸੀਂ ਨੈਟਵਰਕਿੰਗ ਕਹਿੰਦੇ ਹਾਂ। ਇਸ ਦਾ ਮਤਲਬ ਹੈ ਕਿ ਨੈਟਵਰਕ ਦੋ ਜਾਂ ਦੋ ਤੋਂ ਵੱਧ ਕੰਪਿਊਟਰਾਂ ਦਾ ਇਕੱਠ ਹੁੰਦਾ ਹੈ। ਤਾਂ ਨੈਟਵਰਕ ਵਿੱਚ ਕੰਪਿਊਟਰਸ ਆਪਸ ਵਿੱਚ ਵੱਖ-ਵੱਖ ਮਾਧਿਅਮ ਦੁਆਰਾ ਜੁੜੇ ਹੁੰਦੇ ਹਨ। ਮਤਲਬ ਅਗਰ ਦੋ ਕੰਪਿਊਟਰਸ ਆਪਸ ਵਿੱਚ ਜੁੜੇ ਨੇ ਜਾਂ ਦੋ ਤੋਂ ਵੱਧ ਕੰਪਿਊਟਰਸ ਜਦੋਂ ਆਪਸ ਵਿੱਚ ਜੁੜ ਜਾਂਦੇ ਨੇ ਅਤੇ ਡਾਟਾ, ਸੂਚਨਾ ਅਤੇ ਸਰੋਤਾਂ ਦੀ ਸਾਂਝ ਕਰਦੇ ਨੇ, ਉਦੋਂ ਅਸੀਂ ਕਹਾਂਗੇ ਕਿ ਉਹ ਨੈਟਵਰਕਿੰਗ 'ਚ ਨੇ। ਪਰ ਅਗਰ ਤੁਸੀਂ ਕਹੋ ਕਿ ਦੋ ਕੰਪਿਊਟਰਸ ਨੂੰ ਬਸ ਆਪਸ 'ਚ ਤਾਰਾਂ ਰਾਹੀਂ ਜੋੜ ਦਿੱਤਾ, ਪਰ ਉਹ ਅਗਰ ਇੱਕ ਦੂਸਰੇ ਨਾਲ ਡਾਟਾ ਸ਼ੇਅਰ ਨਹੀਂ ਕਰ ਪਾ ਰਹੇ, ਤਾਂ ਅਸੀਂ ਇਹ ਨਹੀਂ ਕਹਾਂਗੇ ਕਿ ਉਹ ਨੈਟਵਰਕਿੰਗ 'ਚ ਹੈਗੇ ਨੇ। ਅਤੇ ਜਿਹੜਾ ਇਕੱਲਾ ਕੰਪਿਊਟਰ ਹੁੰਦਾ ਹੈ ਉਸਨੂੰ ਸਟੈਂਡ ਅਲੋਨ ਕੰਪਿਊਟਰ ਕਿਹਾ ਜਾਂਦਾ ਹੈ। ਪਰ ਦੋ ਜਾਂ ਦੋ ਤੋਂ ਵੱਧ ਕੰਪਿਊਟਰਸ ਨੂੰ ਜਦੋਂ ਉਹ ਆਪਸ ਵਿੱਚ ਜੁੜਦੇ ਹਨ, ਉਸਨੂੰ ਨੈਟਵਰਕਿੰਗ ਕਿਹਾ ਜਾਂਦਾ ਹੈ। ਹੁਣ ਮੈਂ ਤੁਹਾਨੂੰ ਦੱਸਾਂਗੀ ਕਿ ਨੈਟਵਰਕਿੰਗ ਕਿਸ ਕਿਸ ਮਾਧਿਅਮ ਰਾਹੀਂ ਜੋੜਿਆ ਜਾਂਦਾ ਹੈ। ਸਭ ਤੋਂ ਪਹਿਲਾਂ ਤਾਰਾਂ। ਤਾਰਾਂ ਰਾਹੀਂ ਅਸੀਂ ਕੰਪਿਊਟਰਸ ਨੂੰ ਆਪਸ ਵਿੱਚ ਜੋੜਦੇ ਹਾਂ ਅਤੇ ਇਸ ਰਾਹੀਂ ਹੀ ਸੂਚਨਾ ਅਤੇ ਸਰੋਤ ਦੀ ਸਾਂਝ ਕਰਦੇ ਹਾਂ। ਇਸ ਦਾ ਦੂਸਰਾ ਮਾਧਿਅਮ ਹੈ ਟੈਲੀਫੋਨ ਲਾਈਨਾਂ। ਟੈਲੀਫੋਨ ਲਾਈਨਾਂ 'ਤੇ ਤੁਸੀਂ ਦੇਖਿਆ ਹੀ ਹੋਣਗੀਆਂ, ਅਤੇ ਟੈਲੀਫੋਨ ਲਾਈਨਾਂ ਰਾਹੀਂ ਅਸੀਂ ਇੱਕ ਦੂਸਰੇ ਨਾਲ ਸੰਚਾਰ ਕਰ ਸਕਦੇ ਹਾਂ, ਜੋ ਕਿ ਨੈਟਵਰਕਿੰਗ ਦਾ ਹੀ ਇੱਕ ਹਿੱਸਾ ਹੈ ਕਿ ਅਸੀਂ ਕਿਸੇ ਨਾਲ ਗੱਲਬਾਤ ਜੋ ਕਰਦੇ ਹਾਂ ਉਹ ਵੀ ਇੱਕ ਕਿਸਮ ਦੀ ਸੂਚਨਾ ਅਤੇ ਸਰੋਤਾਂ ਦੀ ਸਾਂਝ ਹੁੰਦੀ ਹੈ ਕਿ ਅਸੀਂ ਇੱਕ ਥਾਂ ਤੋਂ ਦੂਸਰੀ ਥਾਂ 'ਤੇ ਇਨਫੋਰਮੇਸ਼ਨ ਭੇਜ ਰਹੇ ਹਾਂ। ਅਤੇ ਟੈਲੀਫੋਨ ਲਾਈਨਾਂ ਦੀ ਵਰਤੋਂ ਕਰਕੇ ਅਸੀਂ ਨੈਟਵਰਕਿੰਗ ਕਰ ਸਕਦੇ ਹਾਂ। ਨੰਬਰ 3 'ਤੇ ਹੈ ਰੇਡੀਓ ਤਰੰਗਾਂ। ਰੇਡੀਓ ਤਰੰਗਾਂ ਦੇ ਵਿੱਚ ਵੇਵਜ਼ ਰਾਹੀਂ, ਤਰੰਗਾਂ ਰਾਹੀਂ ਕਨੈਕਸ਼ਨਸ, ਸਿਗਨਲਸ ਭੇਜੇ ਜਾਂਦੇ ਹਨ, ਜੋੜਿਆ ਜਾਂਦਾ ਹੈ ਕਿਸੇ ਵੀ ਡਿਵਾਈਸ ਨੂੰ, ਜਿਸ ਦੇ ਵਿੱਚ ਤਾਰ ਦੀ ਲੋੜ ਨਹੀਂ ਪੈਂਦੀ, ਬਲਕਿ ਸਿਗਨਲਸ ਰਾਹੀਂ ਹੀ ਡਾਟਾ ਇੱਕ ਥਾਂ ਤੋਂ ਦੂਸਰੀ ਥਾਂ 'ਤੇ ਪਹੁੰਚ ਜਾਂਦਾ ਹੈ। ਨੰਬਰ 4 ਹੈ ਸੈਟੇਲਾਈਟ। ਸੈਟੇਲਾਈਟ ਰਾਹੀਂ ਅਸੀਂ ਕੰਪਿਊਟਰਸ ਨੂੰ ਆਪਸ ਵਿੱਚ ਜੋੜ ਸਕਦੇ ਹਾਂ। ਕਿਵੇਂ? ਸੈਟੇਲਾਈਟ ਜੋ ਸਿਗਨਲ ਭੇਜਦਾ ਹੈ, ਉਸ ਰਾਹੀਂ ਅਸੀਂ ਸਿਗਨਲਸ ਤੋਂ ਹੀ ਕੰਪਿਊਟਰਸ ਨੂੰ ਆਪਸ ਵਿੱਚ ਜੋੜ ਲੈਂਦੇ ਹਾਂ, ਜਿਸ ਵਿੱਚ ਸਾਨੂੰ ਕਿਸੇ ਤਰ੍ਹਾਂ ਦੇ ਤਾਰ ਜਾਂ ਕਿਸੇ ਹੋਰ ਮਾਧਿਅਮ ਦੀ ਲੋੜ ਨਹੀਂ ਪੈਂਦੀ, ਜਦ ਕਿ ਅਸੀਂ ਡਾਇਰੈਕਟਲੀ ਹੀ ਸੈਟੇਲਾਈਟ ਦੀ ਵੇਵਜ਼ ਰਾਹੀਂ ਕੰਪਿਊਟਰਸ ਨੂੰ ਆਪਸ ਵਿੱਚ ਜੋੜ ਲੈਂਦੇ ਹਾਂ। ਤਾਂ ਚਲੋ ਬੱਚੋ, ਮੈਂ ਤੁਹਾਨੂੰ ਇਹ ਦੱਸ ਚੁੱਕੀ ਹਾਂ ਕਿ ਇਸ ਨੂੰ ਨੈਟਵਰਕਿੰਗ ਦੇ ਵਿੱਚ ਕਿਹੜੇ-ਕਿਹੜੇ ਮਾਧਿਅਮ ਨੂੰ ਵਰਤਿਆ ਜਾਂਦਾ ਹੈ। ਹੁਣ ਮੈਂ ਤੁਹਾਨੂੰ ਦੱਸਾਂਗੀ ਕਿ ਨੈਟਵਰਕਿੰਗ ਦੀ ਲੋੜ ਕੀ ਹੈ। ਬੱਚਿਓ, ਕੰਪਿਊਟਰ ਦੀ ਨੈਟਵਰਕਿੰਗ ਕਰਨ ਦਾ ਮੁੱਖ ਕਾਰਨ ਇਹ ਹੈ ਕਿ
ਇਸ ਦੁਆਰਾ ਡਾਟਾ ਦੀ ਸਾਂਝ ਅਤੇ ਅਦਲਾ ਬਦਲੀ ਵਧੀਆ ਢੰਗ ਨਾਲ ਹੋ ਜਾਂਦੀ ਹੈ। ਮਤਲਬ ਕਿ ਅਸੀਂ ਕੰਪਿਊਟਰਸ ਨੂੰ ਆਪਸ ਵਿੱਚ ਜੋੜ ਲੈਂਦੇ ਹਾਂ ਅਤੇ ਵੱਖ-ਵੱਖ ਤਰ੍ਹਾਂ ਦੇ ਹਾਰਡਵੇਅਰਸ ਜਿਵੇਂ ਕਿ ਪ੍ਰਿੰਟਰ, ਸਕੈਨਰ ਵੀ ਨੈਟਵਰਕਿੰਗ 'ਚ ਕਨੈਕਟ ਕਰ ਦਿੰਦੇ ਹਾਂ, ਜਿਸ ਦਾ ਫਾਇਦਾ ਇਹ ਹੁੰਦਾ ਹੈ ਕਿ ਦੋ ਜਾਂ ਦੋ ਤੋਂ ਵੱਧ ਕੰਪਿਊਟਰਸ ਜਿਹੜੇ ਕਿ ਨੈਟਵਰਕਿੰਗ 'ਚ ਜੁੜੇ ਨੇ, ਉਹ ਸਾਰੇ ਹੀ ਉਹਨਾਂ ਹਾਰਡਵੇਅਰ ਦੀ ਸਾਂਝ ਕਰ ਸਕਦੇ ਹਨ। ਇਸ ਤੋਂ ਬਾਅਦ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਨੈਟਵਰਕਿੰਗ ਕਰਕੇ ਹੀ ਇੰਟਰਨੈਟ ਦੀ ਹੋਂਦ ਹੋਈ। ਜਦੋਂ ਇੰਟਰਨੈਟ ਆਇਆ, ਉਸਨੇ ਪੂਰੀ ਦੁਨੀਆ ਨੂੰ ਇੱਕ ਮੁੱਠੀ ਵਿੱਚ ਬੰਦ ਕਰ ਦਿੱਤਾ। ਮਤਲਬ ਅਸੀਂ ਹੁਣ ਕਿਤੇ ਬੈਠੇ ਵੀ ਦੁਨੀਆ ਦੇ ਕਿਸੇ ਵੀ ਕੋਨੇ ਤੋਂ ਕਿਸੇ ਵੀ ਦੂਰੀ 'ਤੇ ਸੂਚਨਾ ਜਾਂ ਆਪਣਾ ਕੋਈ ਸੰਚਾਰ ਕਰ ਸਕਦੇ ਹਾਂ। ਸੂਚਨਾ ਇੱਕ ਥਾਂ ਤੋਂ ਦੂਸਰੀ ਥਾਂ 'ਤੇ ਭੇਜਣੀ ਹੁਣ ਬਹੁਤ ਸੌਖੀ ਹੋ ਗਈ ਹੈ। ਅਸੀਂ ਬਹੁਤ ਹੀ ਜਲਦੀ ਮਿੰਟਾਂ ਸਕਿੰਟਾਂ ਦੇ ਵਿੱਚ ਇੱਕ ਦੂਸਰੇ ਨਾਲ ਸੰਚਾਰ ਕਰ ਲੈਂਦੇ ਹਾਂ। ਫਿਰ ਉਹ ਬੰਦਾ ਭਾਵੇਂ ਆਸਟ੍ਰੇਲੀਆ ਬੈਠਾ ਹੋਵੇ ਚਾਹੇ ਅਮਰੀਕਾ, ਆਸਟ੍ਰੇਲੀਆ ਤੋਂ ਅਮਰੀਕਾ ਵੀ ਹੁਣ ਸੰਚਾਰ ਕਰਨਾ ਬਹੁਤ ਈਜ਼ੀ ਹੋ ਗਿਆ ਹੈ। ਤਾਂ ਇਹ ਕਿਸ ਟੈਕਨੋਲੋਜੀ ਕਰਕੇ ਹੋਇਆ? ਨੈਟਵਰਕਿੰਗ ਟੈਕਨੋਲੋਜੀ ਕਰਕੇ। ਤਾਂ ਨੈਟਵਰਕਿੰਗ ਦੀ ਲੋੜ ਹੁਣ ਸਾਨੂੰ ਬਹੁਤ ਜ਼ਿਆਦਾ ਹੋ ਚੁੱਕੀ ਹੈ। ਇਸ ਤੋਂ ਬਿਨਾਂ ਹੁਣ ਅਸੀਂ ਅੱਜ ਕੱਲ੍ਹ ਦੇ ਇਸ ਆਧੁਨਿਕ ਦੌਰ ਦੇ ਵਿੱਚ ਸਰਵਾਈਵ ਨਹੀਂ ਕਰ ਸਕਾਂਗੇ। ਹੁਣ ਮੈਂ ਤੁਹਾਨੂੰ ਦੱਸਣ ਜਾਵਾਂਗੀ ਨੈਟਵਰਕਿੰਗ ਦੀ ਵਰਤੋਂ, ਕਿ ਕਿਹੜੇ-ਕਿਹੜੇ ਖੇਤਰਾਂ ਵਿੱਚ ਇਸ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਇਸ ਦੀ ਵਰਤੋਂ ਕਰਕੇ ਸਾਨੂੰ ਕੀ ਲਾਭ ਹੁੰਦੇ ਹਨ। ਸਭ ਤੋਂ ਪਹਿਲਾਂ ਈਮੇਲ ਰਾਹੀਂ ਅਸੀਂ ਇਲੈਕਟ੍ਰੋਨਿਕ ਮੇਲ ਜਿਹਨੂੰ ਕਹਿੰਦੇ ਹਾਂ, ਅਸੀਂ ਕਿਸੇ ਨੂੰ ਵੀ ਚਿੱਠੀ ਪੱਤਰ ਭੇਜ ਸਕਦੇ ਹਾਂ ਕੰਪਿਊਟਰ ਰਾਹੀਂ, ਜਿਸ ਕਰਕੇ ਸਾਨੂੰ ਪੋਸਟ ਆਫਿਸ ਜਾਂ ਕਿਤੇ ਜਾ ਕੇ ਆਪਣੀ ਲੈਟਰ ਨੂੰ ਪੋਸਟ ਨਹੀਂ ਕਰਨਾ ਪੈਂਦਾ, ਜਦ ਕਿ ਅਸੀਂ ਘਰ ਬੈਠੇ ਹੀ ਆਪਣੇ ਸਮਾਰਟਫੋਨ ਜਾਂ ਕੰਪਿਊਟਰ ਰਾਹੀਂ ਮੇਲ ਕਰ ਲੈਂਦੇ ਹਾਂ। ਨੰਬਰ 2 ਹੈ ਵੀਡੀਓ ਕਾਨਫਰੈਂਸਿੰਗ। ਇਹ ਤਾਂ ਤੁਹਾਨੂੰ ਪਤਾ ਹੀ ਹੋਵੇਗਾ, ਅੱਜ ਕੱਲ੍ਹ ਦੇ ਇਸ ਕੋਵਿਡ-19 ਦੇ ਦੌਰ 'ਚ ਤੁਸੀਂ ਜ਼ੂਮ 'ਤੇ ਕਈ ਕਲਾਸਿਸ ਅਟੈਂਡ ਵੀ ਕੀਤੀਆਂ ਹੋਣਗੀਆਂ, ਜਿਸ ਵਿੱਚ ਵੀਡੀਓ ਕਾਨਫਰੈਂਸਿੰਗ ਰਾਹੀਂ ਤੁਹਾਨੂੰ ਪੜ੍ਹਾਇਆ ਜਾਂਦਾ ਹੈ ਅਤੇ ਇਸ ਦੇ ਵਿੱਚ ਇੱਕੋ ਸਮੇਂ 'ਤੇ ਕਈ ਸਾਰੇ ਲੋਕ ਇੱਕ ਦੂਸਰੇ ਨਾਲ ਵੀਡੀਓ ਰਾਹੀਂ ਗੱਲਬਾਤ ਕਰ ਲੈਂਦੇ ਹਨ। ਨੈਕਸਟ ਹੈ ਮੈਸੇਜ ਤਾਂ ਤੁਹਾਨੂੰ ਪਤਾ ਅਸੀਂ ਫੋਨ ਰਾਹੀਂ SMS ਭੇਜ ਸਕਦੇ ਹਾਂ, ਮੈਸੇਜ ਭੇਜ ਸਕਦੇ ਹਾਂ ਕਿਸੇ ਨੂੰ ਵੀ, ਟੈਕਸਟ ਦੀ ਫਾਰਮ 'ਚ ਕਿਸੇ ਵੀ ਸੂਚਨਾ ਨੂੰ ਦੂਸਰੀ ਥਾਂ 'ਤੇ ਪਹੁੰਚਾ ਸਕਦੇ ਹਾਂ। ਦੂਸਰਾ ਇਸ ਦਾ ਜਿਹੜੀ ਵਰਤੋਂ ਹੈ ਉਹ ਕੀ ਹੈ ਕਿ ਬਹੁਤ ਸਾਰੇ ਯੂਜ਼ਰ ਨੂੰ ਇੱਕੋ ਹੀ ਹਾਰਡਵੇਅਰ ਦੀ ਸਾਂਝ ਕਰਨ ਦੀ ਆਗਿਆ ਦਿੰਦਾ ਹੈ। ਮਤਲਬ ਮੰਨ ਲਓ ਇੱਕ ਮੋਡਮ ਹੈ, ਇੱਕ ਪ੍ਰਿੰਟਰ ਹੈ, ਪਰ ਸਾਡੇ ਕੋਲ 4 ਕੰਪਿਊਟਰਸ ਨੇ, ਜਿਵੇਂ ਕਿ ਇੱਥੇ 3 PC ਅਤੇ ਇੱਕ ਲੈਪਟਾਪ ਹੈ। ਉਹਨਾਂ ਸਾਰਿਆਂ ਨੂੰ ਅਗਰ ਅਸੀਂ ਇੱਕ ਪ੍ਰਿੰਟਰ ਦੀ ਸਰਵਿਸ ਪ੍ਰੋਵਾਈਡ ਕਰਨੀ ਹੋਵੇ ਕਿ ਇਹ ਚਾਰੋਂ ਹੀ ਇਸ ਪ੍ਰਿੰਟਰ ਦੀ ਵਰਤੋਂ ਕਰ ਸਕਣ, ਅਤੇ ਸਾਨੂੰ ਇਸ ਦੇ ਵਿੱਚ ਨੈਟਵਰਕਿੰਗ ਕ੍ਰੀਏਟ ਕਰਨੀ ਪਏਗੀ, ਕੰਪਿਊਟਰਸ ਨੂੰ ਆਪਸ ਵਿੱਚ ਜੋੜਨਾ ਪਵੇਗਾ। ਤਾਂ ਜਿਵੇਂ ਕਿ ਤੁਸੀਂ ਸਾਹਮਣੇ ਦੇਖ ਹੀ ਰਹੇ ਹੋ ਕਿ ਕੰਪਿਊਟਰਸ ਆਪਸ ਵਿੱਚ ਕਨੈਕਟਡ ਨੇ ਅਤੇ ਇੱਕ ਦੂਸਰੇ ਨਾਲ ਡਾਟਾ ਟ੍ਰਾਂਸਫਰ ਵੀ ਕਰ ਸਕਦੇ ਨੇ। ਸੋ ਇਸ ਕਰਕੇ ਇਹ ਪ੍ਰਿੰਟਰ ਜਾਂ ਫੈਕਸ ਮਸ਼ੀਨ ਜਾਂ ਸਕੈਨਰ ਅਜਿਹੀ ਕਿਸੇ ਵੀ ਹਾਰਡਵੇਅਰ ਦੀ ਵਰਤੋਂ ਇਹ ਇਕੱਠੇ ਹੋ ਕੇ ਸ਼ੇਅਰਿੰਗ ਦੇ ਵਿੱਚ ਕਰ ਸਕਦੇ ਹਨ। ਇਹ ਨਹੀਂ ਕਿ ਇੱਕ ਕੰਪਿਊਟਰ ਨਾਲ ਬਸ ਇੱਕ ਸਕੈਨਰ ਜਾਂ ਇੱਕ ਪ੍ਰਿੰਟਰ ਹੀ ਲੱਗੇਗਾ, ਅਸੀਂ 4 ਜਾਂ 5 ਜਾਂ 10 ਕੰਪਿਊਟਰਸ ਵੀ ਇੱਕ ਪ੍ਰਿੰਟਰ ਦੀ ਵਰਤੋਂ ਕਰ ਸਕਦੇ ਹਨ, ਜੋ ਕਿ ਇਕਨੋਮਿਕਲੀ ਫਾਈਨੈਂਸ਼ਲੀ ਵੀ ਬਹੁਤ ਚੀਪ, ਮਤਲਬ ਕਿ ਸਸਤਾ ਪੈ ਜਾਂਦਾ ਹੈ। ਇਸ ਤੋਂ ਨੈਕਸਟ ਇਸ ਦਾ ਫਾਇਦਾ, ਇਸ ਦੀ ਵਰਤੋਂ ਕਿੱਥੇ ਹੁੰਦੀ ਹੈ ਕਿ ਨੈਟਵਰਕ ਰਾਹੀਂ ਅਸੀਂ ਫਾਈਲਾਂ ਦੀ ਸ਼ੇਅਰਿੰਗ ਜਾਂ ਸਾਂਝ ਕਰ ਸਕਦੇ ਹਾਂ, ਕਿਉਂਕਿ ਨੈਟਵਰਕਿੰਗ ਸਾਨੂੰ ਇਸ ਦੀ ਆਗਿਆ ਦਿੰਦਾ ਹੈ। ਅਸੀਂ ਇੱਕ ਕੰਪਿਊਟਰ ਤੋਂ ਦੂਸਰੇ ਕੰਪਿਊਟਰ 'ਤੇ ਫਾਈਲਾਂ ਟ੍ਰਾਂਸਫਰ ਕਰ ਸਕਦੇ ਹਾਂ, ਡਾਟਾ ਭੇਜ ਸਕਦੇ ਹਾਂ, ਜਿਸ ਨਾਲ ਸਾਨੂੰ ਇਹ ਫਾਇਦਾ ਹੋ ਜਾਂਦਾ ਹੈ ਕਿ ਅਸੀਂ ਕਿਤੇ ਵੀ ਬੈਠੇ ਹੋਏ ਆਪਣਾ ਡਾਟਾ, ਅਗਰ ਕੁਛ ਲਿਖਿਆ ਹੈ, ਕੁਛ ਬਣਾਇਆ ਹੈ ਜਾਂ ਕਿਸੇ ਕੰਪਨੀ ਦੀ ਕੋਈ ਡਿਟੇਲ ਹੈ, ਉਹਨੂੰ ਕਿਸੇ ਦੂਰ ਦਰਾਡੇ ਕਿਸੇ ਸ਼ਹਿਰ 'ਚ ਚਾਹੀਦੀ ਹੈ, ਅਤੇ ਉਹ ਅਸੀਂ ਉਸਨੂੰ ਭੇਜ ਸਕਦੇ ਹਾਂ। ਇਸ ਤੋਂ ਬਾਅਦ ਇਹ ਤਾਂ ਬੱਚੇ ਤੁਹਾਡੇ ਲਈ ਬਹੁਤ ਇੰਟਰਸਟਿੰਗ ਹੋਵੇਗਾ ਕਿ ਅਲੱਗ-ਅਲੱਗ ਜਗ੍ਹਾ ਬੈਠੇ ਯੂਜ਼ਰ ਨੂੰ ਇਕੱਠੇ ਗੇਮ ਖੇਡਣ ਦੀ ਆਗਿਆ ਦਿੰਦਾ ਹੈ। ਇਸ ਦੀ ਤਾਂ ਐਗਜ਼ਾਮਪਲ ਤੁਹਾਨੂੰ ਜ਼ਿਆਦਾ ਪਤਾ ਹੋਏਗੀ, ਕਿਉਂਕਿ ਤੁਸੀਂ ਅਜਿਹੀਆਂ ਕਈ ਔਨਲਾਈਨ ਗੇਮਸ ਖੇਡੀਆਂ ਹੋਣਗੀਆਂ ਜਿਸ ਵਿੱਚ ਤੁਸੀਂ ਆਪਣੇ ਘਰ 'ਚ ਆਪਣੇ ਮੋਬਾਈਲ 'ਤੇ ਗੇਮ ਖੇਡ ਰਹੇ ਹੋ, ਤੁਹਾਡਾ ਦੋਸਤ ਹੋ ਸਕਦਾ ਕਿਸੇ ਹੋਰ ਸ਼ਹਿਰ ਹੋਵੇ ਜਾਂ ਕਿਸੇ ਹੋਰ ਜਗ੍ਹਾ ਤੇ ਬੈਠਾ ਹੋਵੇ, ਉਹ ਵੀ ਤੁਹਾਡੇ ਨਾਲ ਉਸ ਵੇਲੇ ਗੇਮ ਖੇਲ ਰਿਹਾ ਹੈ, ਜੋ ਕਿ ਔਨਲਾਈਨ ਤੁਹਾਡੇ ਨਾਲ ਕਨੈਕਟਡ ਹੈ ਔਰ ਤੁਸੀਂ ਇੱਕੋ ਹੀ ਗੇਮ ਨੂੰ ਦੋਨੋਂ ਖੇਲ ਰਹੇ ਹੋ। ਇਸ ਦੀ PUBG ਵੀ ਇੱਕ ਇਸ ਦੀ ਉਦਾਹਰਨ ਹੈ। ਇਸ ਤੋਂ ਬਾਅਦ ਵਿੱਚੋਂ ਇੱਕੋ ਸਮੇਂ ਵਿੱਚ ਬਿਨਾਂ ਅਦਾਇਗੀ ਦੇ ਬਹੁਤ ਸਾਰੇ ਯੂਜ਼ਰ ਨੂੰ ਇੰਟਰਨੈਟ ਵਰਤਣ ਦੀ ਆਗਿਆ ਦਿੰਦਾ ਹੈ। ਦੇਖਿਆ ਨੈਟਵਰਕਿੰਗ ਦਾ ਸਾਨੂੰ ਕਿੰਨਾ ਫਾਇਦਾ ਹੈ। ਹੁਣ ਮੰਨ ਲਓ ਅਸੀਂ ਇੱਕ ਮੋਡਮ ਹੈ, ਉਹ ਅਸੀਂ ਮੋਡਮ
एक इंटरनेट कनैक्शन लिता, मान लो अपने घर च असी मॉडम लगाता, ठीक है, साडे कोल एक कंप्यूटर है, एक लैपटॉप है, टैब है, स्मार्टफोन्स ने या एलेक्सा वर्गे स्पीकर्स ने जिहदे विच असी इंटरनेट राही अपने डाटा नूं, अपनी म्यूजिक नूं प्ले कर सकते हाँ, तो उस लई असी किस दी वरतों करते हाँ, नैटवर्किंग दी। क्योंकि ये सारे ही सिस्टम अगर मॉडम दे नाल कनैक्टेड होणगे तो वो बड़ी ही आसानी नाल इंटरनेट की सांझ कर लैणगे, जिस दे नाल सानू यह फायदा होएगा कि इंटरनेट कनैक्शन तो एक है पर उसनूं वरतन वाले डिवाइसिस किन्ने हन, जो कि सानू इकनॉमिकली भी बहुत चीप पैंदा है। इस तो बाद विचों डाटा नूं केंद्र विच स्टोर करना, बैकअप लैण लई अते आसानी नाल वरतन दी आग्या दिंदा है। मतलब कि जदों असी कंप्यूटर्स कनैक्टेड कीते होण किसी भी एक इंटरनेट राही या नैटवर्किंग राही, उन्हां दा एक बैकअप लैण वास्ते असी एक सर्वर ते उन्हां दा कुछ इंपॉर्टेंट डाटा सेव कर दिंदे हाँ, जिसका फायदा यह हुंदा है कि अगर उन्हां विचों कोई भी सिस्टम खराब हो जाए तो उसका जिहड़ा इंपॉर्टेंट डाटा है उसका बैकअप एक सर्वर ते पिया हुंदा है, जिथों असी उस बैकअप नूं लै सकते हाँ, जो कि साडे लई बहुत ही ईजी हो जाता है। मतलब कई सारे सिस्टम जिहड़े इक्को ही नैटवर्क कनैक्शन या इंटरनेट नाल कनैक्टेड ने, वो एक सर्वर ते अपना डाटा सेव कर दिंदे हन, जिसनूं असी बैकअप कहने हाँ। हुण समा है प्रश्न उत्तरां दा, जिस दे विच सब तो पहला प्रश्न है नैटवर्किंग की है। तो बच्चों, नैटवर्क दो जां दो तो वध कंप्यूटरां दा इकट्ठ हुंदा है। नैटवर्क विच कंप्यूटर्स आपस विच वख-वख माध्यम द्वारा जुड़े हुंदे हन, जिस नाल सानू एक दूसरे नाल सूचना ते स्रोतां दी सांझ करना सौखा हो जाता है। चलो हुण मैं तुहानू दूसरा प्रश्न पुछदी हाँ। दूसरा प्रश्न है नैटवर्किंग विच कंप्यूटर नू किस माध्यम राही जोड़िया जाता है। ए मैं तुहानू पहला ही इस लैक्चर 'च दस चुकी हाँ। जी हाँ, टैलीफोन लाइनां, तारां, रेडियो तरंगां अते सैटेलाइट राही। तुहाडा तीसरा प्रश्न है दो जां दो तो वध कंप्यूटर किहड़े तरीके हार्डवेयर अते सॉफ्टवेयर की सांझ कर सकते हैं। दिमाग 'च आया कुछ कि जिस टॉपिक बारे असीं पढ़िया है वो की सी, नैटवर्किंग। मतलब नैटवर्किंग ही एक अजिही टैक्नोलॉजी है जिस राही कंप्यूटर्स हार्डवेयर अते सॉफ्टवेयर की सांझ कर सकते हैं। चौथा प्रश्न है डैश दो जां दो तो वध कंप्यूटरां दा इकट्ठ हुंदा है। सोचो की चीज़ हुंदी है जो दो या दो तो वध कंप्यूटरां दा इकट्ठ हुंदी है। जी हाँ, नैटवर्किंग। सो नैटवर्किंग एक अजिही टैक्नोलॉजी है जो दो या दो तो वध कंप्यूटर्स दा इकट्ठ हुंदी है। तो बच्चों, मैं उम्मीद करती हाँ कि तुहानू अज दा लैक्चर समझ लग चुका होएगा, जिस विच असी नैटवर्किंग बारे पढ़िया, नैटवर्किंग की वरतों बारे जानिया, तो इस दे नाल तुहाडे सारे कंसैप्ट्स क्लीयर हो जाएंगे। तो बच्चों, मैं उम्मीद करांगी कि तुसी इसनू ज़रूर पढ़ोगे, अपनी बुक तो तुसी खोल के जदों एक बारी रिवाइज़ करोगे तो तुहानू हर चीज़ बड़ी आसानी नाल समझ आ जाएगी। अगर नहीं तो इस वीडियो नू तुसी रिपीट करके देख सकते हो। धन्यवाद।